फतेह की सांझ पाने आ। वाहिगुरू जी का खालसा, वाहिगुरू जी की फतेह। बहुत ही सत्कारयोग साथियों, जिमें कि तुहानू कि TTT टैट पास 2364 835 5994 बेरोजगार अध्यापक यूनियन पंजाब ਵੱਲੋਂ ਜਿਹੜੀ ਅੱਜ ਮੀਟਿੰਗ ਸੀ, ਜਿਹੜੀ CM ਭਗਵੰਤ ਮਾਨ ਜੀ ਨਾਲ ਤੈਅ ਹੋਈ ਸੀਗੀ, ਲੇਕਿਨ ਉਹਨਾਂ ਦੇ ਪਾਰਟੀ ਦੇ ਰੁਝੇਵਿਆਂ ਦੇ ਕਾਰਨ ਜਿਹੜੀ ਮੀਟਿੰਗ ਹੈ ਕਿਤੇ ਨਾ ਕਿਤੇ ਉਹ ਜਿਹੜੀ ਪੋਸਟਪੋਨ ਹੋ ਗਈ। ਔਰ ਉਹਨਾਂ ਦੀ ਜਗ੍ਹਾ ਤੇ ਜਿਹੜੀ ਸਾਡੀ ਮੀਟਿੰਗ ਹੈ ਖੇਡ ਮੰਤਰੀ ਸਾਡੇ ਮੀਤ ਹੇਅਰ ਜੀ ਨਾਲ ਜਿਹੜੀ ਮੀਟਿੰਗ ਆ ਬਹੁਤ ਵਧੀਆ ਸਖਾਵੇ ਮਾਹੌਲ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ, ਜਿਹਦੇ ਵਿੱਚ ETT ਦੀਆਂ ਭਰਤੀਆਂ ਨੂੰ ਲੈ ਕੇ ਚਾਹੇ ਆਪਾਂ ਗੱਲ ਕਰ ਲਈਏ 2364 ਦੀ ਔਰ 5994 ਦੀ 435 ਦੀਆਂ ਜਿਹੜੀਆਂ ਲਿਸਟਾਂ ਜਿਹੜੀਆਂ ਗਵਰਨਮੈਂਟ ਵੱਲੋਂ ਜਿਹੜੀਆਂ ਸਰਕਾਰ ਵੱਲੋਂ ਉਹ ਪਰਸੋਂ ਜਿਹੜੀਆਂ ਅਪਡੇਟ ਕਰ ਦਿੱਤੀਆਂ ਗਈਆਂ। ਔਰ ਇਹਨਾਂ ਦੋਨੇ ਭਰਤੀਆਂ ਨੂੰ ਲੈ ਕੇ ਜਿਹੜੀ ਮੀਟਿੰਗ ਹੈ ਜਿਹੜੀ ਬਹੁਤ ਵਧੀਆ ਸਖਾਵੇ ਮਾਹੌਲ ਦੇ ਵਿੱਚ ਗੱਲ ਹੋਈ ਹੈ। ਔਰ ਜਿਹਦੇ ਵਿੱਚ ਜਿਹੜੀ ਹੀਅਰਿੰਗ ਹੈ ਜਿਹੜੀ ਚਾਹੇ ਆਪਾਂ 994 ਦੀ ਗੱਲ ਕਰ ਲਈਏ ਚਾਹੇ ਆਪਾਂ 2364 ਦੀ ਗੱਲ ਕਰ ਲਈਏ, ਉਹਨਾਂ ਦੀ ਜਿਹੜੀ ਹੀਅਰਿੰਗ ਦੇ ਨਾਲ ਰਿਲੇਟਡ ਜਿਹੜੀ ਆ ਖੇਡ ਮੰਤਰੀ ਦੇ ਨਾਲ ਜਿਹੜੀ ਗੱਲਬਾਤ ਕੀਤੀ ਗਈ, ਜਿਹਦੇ ਵਿੱਚ ਉਹਨਾਂ ਨੇ ਜਿਹੜਾ ਕਿ ਭਰੋਸਾ ਦਿਵਾਇਆ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਜਲਦੀ ਇਹਨਾਂ ਦੇ ਉੱਤੇ ਜਿਹੜਾ ਕਿ ਅਸੀਂ ਗੌਰ ਕਰਾਂਗੇ ਔਰ ਜਿਹੜੀਆਂ ਭਰਤੀਆਂ ਤੁਹਾਡੀਆਂ ਜਲਦੀ ਜਿਹੜੀਆਂ ਉਹ ਪੂਰੀਆਂ ਅਸੀਂ ਸਿਰੇ ਚੜਾਵਾਂਗੇ। ਔਰ ਇਸ ਤੋਂ ਬਾਅਦ ਜੋ ਵੀ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਹੈ, ਸੁਖਦੀਪ ਜੀ ਤੁਹਾਡੇ ਨਾਲ ਜਿਹੜੇ ਅਗਲੇ ਪ੍ਰਵਕਤਾ ਜਿਹੜੇ ਤੁਹਾਡੇ ਨਾਲ ਸਾਂਝੀ ਕਰਨਗੇ। ਸੁਖਜੀਤ ਜੀ ਤੋਂ ਪਹਿਲਾਂ ਮੈਡਮ ਆਪਣੇ ਜਿਹੜੇ ਸਾਡੇ ਭੈਣ ਜੀ ਨੇ ਗੁਰਮੀਤ ਕੌਰ ਜੀ ਜਿਹੜੇ 2364 ਭਰਤੀ ਦੇ ਵਿੱਚ ਐਲੀਜੀਬਲ ਨੇ ਪਰ ਬਾਕੀ ਭਰਤੀਆਂ ਵਿੱਚ ਓਵਰੇਜ ਹੋ ਚੁੱਕੇ ਨੇ, ਉਹ ਵੀ ਅੱਜ ਸਾਡੀ ਮੀਟਿੰਗ ਦੇ ਵਿੱਚ ਮੌਜੂਦ ਸੀਗੇ। ਸੋ ਉਹਨਾਂ ਦੇ ਵਿਚਾਰ ਤੁਸੀਂ ਸੁਣੋ। ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਅੱਜ ਤੁਹਾਨੂੰ ਪਤਾ ਹੀ ਕਿ ਅੱਜ ਮੀਟਿੰਗ ਸੀ ਤੇ ਮੀਟਿੰਗ ਵਿੱਚ ਮਿਥੇਰ ਜੀ ਨਾਲ ਮੀਟਿੰਗ ਹੋਈ ਹੈ ਤੇ ਉਹਦੇ ਵਿੱਚ ਓਵਰੇਜ ਦੇ ਬਾਰੇ ਗੱਲ ਕੀਤੀ ਗਈ 2364 ਭਰਤੀ ਨੂੰ ਲੈ ਕੇ ਕਿ ਅਸੀਂ ਜਿਹੜੇ ਸਾਥੀ 2364 ਭਰਤੀ ਵਿੱਚ ਸਿਲੈਕਟਡ ਆ ਤੇ ਅਗਲੀਆਂ ਭਰਤੀਆਂ ਵਿੱਚ ਅਸੀਂ ਓਵਰੇਜ ਆ ਤੇ ਉਹਦੇ ਬਾਰੇ ਅਸੀਂ ਪੂਰੀ ਗੱਲ ਕੀਤੀ ਹੈ। ਤਾਂ ਉਹਦੇ ਵਿੱਚ ਪੋਜ਼ਿਟਿਵ ਰਿਸਪੌਂਸ ਮਿਲਿਆ। ਮਿਥੇਰ ਜੀ ਨੇ ਕਿਹਾ ਕਿ ਤੁਹਾਡਾ ਮਸਲਾ ਹੱਲ ਕਰਾਂਗੇ ਤੇ ਬਾਕੀ ਤੁਹਾਨੂੰ ਸੁਰਿੰਦਰਪਾਲ ਵਿੱਚ ਹੀ ਦੱਸਣਗੇ। ਹਾਂਜੀ, ਮੇਰੇ ਤੋਂ ਪਹਿਲਾਂ ਆਪਣੇ ਬਾਈ ਜੀ 5994 ਦੇ ਵਿੱਚ ਜਿਨ੍ਹਾਂ ਕੋਲ ਸਿਰਫ ਇੱਕੋ ਇੱਕ ਆਪਸ਼ਨ ਹੈ 5994 ਭਰਤੀ ਦੀ, ਸੋ ਬਾਈ ਜੀ ਜਿਹੜੇ ਨੇ ਇਹ ਵੀ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਕਿਉਂਕਿ ਇਹਨਾਂ ਨੇ 2364 'ਚ ਅਪਲਾਈ ਨਹੀਂ ਕੀਤਾ ਕਿਉਂਕਿ ਐਲੀਜੀਬਲ ਨਹੀਂ ਸੀ, 6635 'ਚ ਅਪਲਾਈ ਨਹੀਂ ਕੀਤਾ ਕਿਉਂਕਿ ਐਲੀਜੀਬਲ ਨਹੀਂ ਸੀ। ਸੋ ਇਹਨਾਂ ਦਾ ਇੱਕੋ ਇੱਕ ਸੋਰਸ ਹੈਗਾ 5994 ਦਾ। ਸੋ ਬਾਈ ਜੀ ਵੀ ਮੌਜੂਦ ਸੀਗੇ। ਸੋ ਬਾਈ ਜੀ ਤੁਹਾਡੇ ਨਾਲ ਆਪਣੇ ਵਿਚਾਰ ਪੇਸ਼ ਕਰੋ। ਬਹੁਤ ਹੀ ਸਤਿਕਾਰਯੋਗ ETT ਟੈਟ ਪਾਸ ਅਧਿਆਪਕ ਸਾਥੀਓ, ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਜੋ ਕਿ ਪਹਿਲਾਂ ਸਾਡੀ ਮੀਟਿੰਗ ਆਪਣੀ CM ਸਾਹਿਬ ਨਾਲ ਰੱਖੀ ਗਈ ਸੀਗੀ, ਕੁਝ ਰੁਝੇਵੇਂ ਕਾਰਨ ਹੋਣ ਕਾਰਨ ਮੀਟਿੰਗ ਆਪਣੇ ਸਪੋਰਟਸ ਮਿਨਿਸਟਰ ਮੀਤ ਹੇਅਰ ਨਾਲ ਕਰਵਾਈ ਗਈ ਹੈ, ਜੋ ਕਿ ਬਹੁਤ ਵਧੀਆ ਮਾਹੌਲ ਦੇ ਵਿੱਚ ਹੋਈ ਹੈ। 5994 ਨੂੰ ਲੈ ਕੇ ਮਿਨਿਸਟਰ ਸਾਹਿਬ ਦੇ ਧਿਆਨ ਦੇ ਵਿੱਚ ਕਰਵਾਇਆ ਗਿਆ ਕਿਉਂਕਿ 5 ਮਾਰਚ ਦਾ ਪੇਪਰ ਹੋਇਆ, ਹਲੇ ਵੀ 2-2.5 ਮਹੀਨੇ ਹੋ ਗਏ ਵੀ ਰਿਜ਼ਲਟ ਦੀ ਵੇਟ ਕਰ ਰਹੇ ਹੈਗੇ ਸਾਥੀ। ਤਾਂ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਗਿਆ ਵੀ ਰਿਜ਼ਲਟ ਆ ਜੋ 5994 ਦਾ ਜਲਦੀ ਤੋਂ ਜਲਦੀ ਦੇ ਦਿੱਤਾ ਜਾਵੇਗਾ। ਅਤੇ ਦੂਸਰੀ ਗੱਲ ਮੰਤਰੀ ਸਾਹਿਬ ਦੀ ਇਹ ਗੱਲ ਧਿਆਨ 'ਚ ਕੀਤੀ ਹੈਗੀ ਵੀ ਜਿਹੜੀ 5994 ਦੀ ਭਰਤੀ ਆ 4161 ਦੀ ਤਰਜ਼ ਦੀ ਇੱਕੋ ਲਿਸਟ 'ਚ ਪੂਰੀ ਹੋਣੀ ਚਾਹੀਦੀ ਹੈਗੀ ਅਤੇ ਉਹ ਵੀ ਮੰਤਰੀ ਸਾਹਿਬ ਨੇ ਪੂਰੀ ਵਧੀਆ ਧਿਆਨ ਨਾਲ ਮੰਗ ਸੁਣ ਕੇ ਅਤੇ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਮੰਗ ਹੈ ਜਿਹੜੀ ਸਿੱਖਿਆ ਮਿਨਿਸਟਰ ਅਤੇ CM ਸਾਹਿਬ ਤੱਕ ਪਹੁੰਚਾ ਦਿੱਤੀ ਹੈਗੀ ਅਤੇ ਪੂਰਨ ਵਿਸ਼ਵਾਸ ਦਿਵਾਇਆ ਗਿਆ ਵੀ ਤੁਹਾਡੀ ਜੋ ਵੀ ਮੰਗਾਂ ਨੇਗੀਆਂ ਉਹ ਪੂਰੇ ਤੁਹਾਡੀਆਂ ਉਹ ਮੰਨੀਆਂ ਜਾਣਗੀਆਂ ਅਤੇ ਤੁਹਾਡੇ ਆਪਣੀਆਂ ਸਾਰੀਆਂ ਮੰਗਾਂ ਤੁਹਾਡੀਆਂ ਵੀ ਸਿੱਖਿਆ ਮਿਨਿਸਟਰ ਅਤੇ ਆਪਣੇ CM ਤੱਕ ਪਹੁੰਚਾ ਦਿੱਤੀਆਂ ਜਾਣਗੀਆਂ ਅਤੇ ਤੁਹਾਨੂੰ ਵਿਸਤਾਰਪੂਰਵਕ ਸਾਰੀ ਜਾਣਕਾਰੀ ਸੂਬਾ ਪ੍ਰਧਾਨ ਸੁਰਿੰਦਰਪਾਲ ਜੀ ਦੇਣਗੇ। ਸਤਿ ਸ਼੍ਰੀ ਅਕਾਲ ਅਧਿਆਪਕ ਸਾਥੀਓ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਸਾਥੀਆਂ ਤੱਕ ਆਵਾਜ਼ ਪਹੁੰਚ ਸਕੇ। ਸਾਥੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ। ਜੋ ਵੀ ਅਗਲੇਰੀਆਂ ਜੋ ਮੀਟਿੰਗਾਂ ਹੋਣਗੀਆਂ ਸੋ ਉਹਨਾਂ ਦੀ ਜੋ ਤਾਜ਼ਾ ਜਾਣਕਾਰੀ ਹੈ ਤੁਹਾਨੂੰ ਇਸੇ ਚੈਨਲ ਦੇ ਮਾਧਿਅਮ ਰਾਹੀਂ ਦਿੱਤੀ ਜਾਊਗੀ, ਚਾਹੇ ਉਹ 2364 ਭਰਤੀ ਹੋਵੇ ਚਾਹੇ ਉਹ 5994 ਭਰਤੀ ਹੋਵੇ। 6635 ਭਰਤੀ ਦਾ ਸਾਥੀਓ ਲਗਭਗ ਪੂਰੀ ਹੋ ਚੁੱਕੀ ਆ ਕਿਉਂਕਿ ਉਹਦੇ ਵਿੱਚ ਗੱਲ ਚੱਲ ਰਹੀ ਹੈ ਕਿ ਅਜੇ ਕੁਝ ਕੁ ਲਿਸਟਾਂ ਆਉਣ ਦੀ ਹੋਰ ਉਮੀਦ ਹੈਗੀ ਆ। ਉਹ ਆਉਂਦੀਆਂ ਕਦੋਂ ਤੱਕ ਆਉਂਦੀਆਂ, ਉਮੀਦ ਆ ਕਿ ਉਹ ਵੀ ਜਲਦੀ ਆ ਜਾਣਗੀਆਂ।
ਸੋ ਗੱਲ ਕਰੀਏ ਆਪਾਂ 2364 ਭਰਤੀ ਦੀ। ਸੋ ਇਹਦੇ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ, ਜਿਵੇਂ ਕਿ ਭੈਣ ਜੀ ਗੁਰਮੀਤ ਕੌਰ ਜੀ ਹੁਣੇ ਤੁਹਾਨੂੰ ਦੱਸ ਕੇ ਗਏ ਨੇ, ਔਰ ਆਪਣੇ ਨਾਰ 94 ਭਰਤੀ ਸੰਬੰਧ ਵਿੱਚ ਆਪਣੇ ਬਾਈ ਜੀ ਸੁਖਦੀਪ ਜੀ ਮਾਨਸਾ ਤੋਂ ਇਹਨਾਂ ਨੇ ਗੱਲਬਾਤ ਕੀਤੀ ਸੀਗੀ। ਸੋ ਸਾਡੇ ਸਹਿਯੋਗੀ ਸਾਥੀ ਮਨਪ੍ਰੀਤ ਮਾਨਸਾ ਜੀ, ਇਹਨਾਂ ਨੇ ਵੀ ਸਾਰੀਆਂ ਭਰਤੀਆਂ ਦੇ ਸੰਬੰਧ ਵਿੱਚ ਗੱਲਬਾਤ ਕੀਤੀ। ਸੋ ਮੇਰੇ ਵੱਲੋਂ ਵੀ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਬਿਲਕੁਲ ਜਿਹੜੀ ਆ ਸਹੀ ਤਰੀਕੇ ਦੇ ਨਾਲ ਮੰਤਰੀ ਸਾਹਿਬ ਅੱਗੇ ਰੱਖੀ ਗਈ। ਸੋ ਅੱਜ ਮੁੱਖ ਮੰਤਰੀ ਸਾਹਿਬ ਦੇ ਰੁਝੇਵਿਆਂ ਦੇ ਕਾਰਨ ਜਿਹੜੀ ਆ ਉਹ ਕਿਸੇ ਤਰੀਕੇ ਨਾਲ ਮੀਟਿੰਗ ਨਹੀਂ ਹੋ ਸਕੀ। ਸੋ ਮੁੱਖ ਮੰਤਰੀ ਸਾਹਿਬ ਨੇ ਆਪਣੀ ਜਿਹੜੀ ਡਿਊਟੀ ਸੀਗੀ ਉਹ ਉਹਨਾਂ ਨੂੰ ਆਪਣੇ ਮੀਤ ਹੇਰ ਜੀ ਨੂੰ ਦਿੱਤੀ ਸੀਗੀ ਕਿ ਜਿਹੜੀਆਂ ਵੀ ਮੀਟਿੰਗਾਂ ਅੱਜ ਮੁੱਖ ਮੰਤਰੀ ਸਾਹਿਬ ਨਾਲ ਹੋਣੀਆਂ ਸੀ, ਸੋ ਉਹਨਾਂ ਜਿਹੜਾ ਮੀਟਿੰਗਾਂ ਦਾ ਜਿਹੜਾ ਜਿੰਮਾ ਸੀ ਅੱਜ ਮੀਤ ਹੇਰ ਜੀ ਨੂੰ ਸੌਂਪਿਆ ਗਿਆ ਸੀ। ਸੋ ਜਿਹੜੀ ਅੱਜ ਦੀ ਮੀਟਿੰਗ ਆ ਸਾਥੀਓ, ਉਹ ਸਾਡੇ ਕੈਬਨਿਟ ਮੰਤਰੀ ਮੀਤ ਹੇਰ ਜੀ ਨਾਲ ਹੋਈ ਆ। ਬੜੀ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ। ਸਾਰੀਆਂ ਭਰਤੀਆਂ ਦੇ ਸਬੰਧ ਵਿੱਚ ਵਿਸਥਾਰ ਨਾਲ ਚਰਚਾ ਕੀਤੀ ਗਈ ਆ। 2364 ਭਰਤੀ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ ਆ ਕਿ ਇਹ 6 ਮਾਰਚ 2020 ਨੂੰ ਜਿਹੜਾ 2364 ਭਰਤੀ ਦਾ ਨੋਟੀਫਿਕੇਸ਼ਨ ਆਇਆ ਸੀ, ਤਾਂ ਅੱਡ ਜਿਹੜੇ ਉਹਦੇ ਵਿੱਚ ਕੋਰੀਜਨ ਨੂੰ ਪਾਏ ਗਏ, ਉਹਦੇ ਵਿੱਚ ਅਮੈਂਡਮੈਂਟਸ ਕੀਤੀਆਂ ਗਈਆਂ। ਸੋ ਜਿਹਦੇ ਕਰਕੇ ਉਹ ਭਰਤੀ ਅੱਜ ਕੋਰਟ ਵਿੱਚ ਰੁਲ ਰਹੀ ਆ। ਸੋ ਬਹੁਤ ਸਾਰੇ ਕੇਸਾਂ ਦੇ ਕਾਰਨ ਜਿਹੜੇ ਆ ਜਿਹੜਾ ਸਮਝ ਨਹੀਂ ਸੀ ਆ ਰਿਹਾ ਕਿ ਫੈਸਲਾ ਕਿਵੇਂ ਦਿੱਤਾ ਜਾ ਸਕਦਾ। ਸੋ ਇਸ ਕਰਕੇ ਜੱਜ ਸਾਹਿਬ ਨੇ ਬੋਰਡ ਦੀ ਮੰਗ ਕੀਤੀ ਕਿ ਬੋਰਡ ਦੇ ਕਿਹੜੇ ਅਧਿਕਾਰੀ ਨੇ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਅਮੈਂਡਮੈਂਟਸ ਕੀਤੀਆਂ। ਸੋ ਮੌਕੇ ਤੇ ਬੋਰਡ ਪੇਸ਼ ਨਾ ਹੋਣ ਕਾਰਨ ਜਿਹੜਾ ਉਹ ਜਿਹੜੀ ਭਰਤੀ ਕੁਐਸ਼ ਹੋ ਗਈ, ਯਾਨੀ ਕਿ ਸਟਕ ਡਾਊਨ ਹੋ ਗਈ। ਸੋ ਉਸ ਤੋਂ ਬਾਅਦ ਸਾਥੀਓ ਸਾਡੇ ਸਾਥੀ ਜਿਹੜੇ ਸੀ ਉਹ ਐਲਪੀਏ 'ਤੇ ਗਏ। ਸੋ ਐਲਪੀਏ 'ਤੇ ਜਦੋਂ ਬੋਰਡ ਪੇਸ਼ ਕੀਤਾ ਗਿਆ ਤਾਂ ਜੱਜ ਸਾਹਿਬ ਨੇ ਜਿਹੜਾ ਡਬਲ ਬੈਂਚ ਤੋਂ ਜਿਹੜਾ ਉਹਨੂੰ ਵਾਪਸ ਭੇਜਿਆ ਕਿ ਇਹਦਾ ਜਿਹੜਾ ਰਿਵਿਊ 'ਤੇ ਫੈਸਲਾ ਹੋ ਸਕਦਾ, ਤੁਸੀਂ ਰਿਵਿਊ 'ਤੇ ਜਾਓ। ਤਾਂ ਰਿਵਿਊ 'ਤੇ ਕੇਸ ਜਿਹੜਾ ਫਿਰ ਦੁਬਾਰਾ ਪੁੱਟ ਅਪ ਕੀਤਾ ਗਿਆ। ਸੋ ਰਿਵਿਊ ਅਸੈਪਟ ਹੋਇਆ। ਤਾਂ ਉਹਦੀਆਂ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਾਰ-ਵਾਰ ਜਿਹੜੀਆਂ ਸੁਣਵਾਈਆਂ ਜਿਹੜੀਆਂ ਉਹ ਅੱਗੇ ਟਾਲੀਆਂ ਗਈਆਂ। ਸੋ ਉਹਦਾ ਕਾਰਨ ਸੀਗਾ ਕਿ ਐਫੀਡੇਵਿਟ ਸਹੀ ਪੇਸ਼ ਨਹੀਂ ਸੀ ਹੋਇਆ। ਸੋ 25 ਜਨਵਰੀ ਨੂੰ ਐਫੀਡੇਵਿਟ 2023 ਨੂੰ ਜਿਹੜਾ ਐਫੀਡੇਵਿਟ ਸਹੀ ਤਰੀਕੇ ਨਾਲ ਜਿਹੜਾ ਉਹ ਪੇਸ਼ ਕੀਤਾ ਗਿਆ। ਤੋ ਐਫੀਡੇਵਿਟ ਪੇਸ਼ ਹੋਣ ਤੋਂ ਬਾਅਦ ਹੁਣ ਜਿਹੜੀ ਆ ਕਾਰਗੁਜ਼ਾਰੀ ਉਹ ਸਰਕਾਰ ਦੀ ਤਰਫੋਂ ਢਿੱਲੀ ਚੱਲ ਰਹੀ ਆ, ਕਿਉਂਕਿ 25 ਜਨਵਰੀ ਨੂੰ ਜਿਹੜਾ ਆਪਣੇ ਏਜੀ ਆਫਿਸ ਤੋਂ ਜਿਹੜੇ ਸਰਕਾਰੀ ਵਕੀਲ ਜਿਹੜਾ ਪੇਸ਼ ਹੋਣਾ ਸੀ, ਸੋ ਜਿਹੜੇ 20 ਅਕਤੂਬਰ ਨੂੰ ਪੇਸ਼ ਹੋਏ ਸੀ, 20 ਅਕਤੂਬਰ 2022 ਨੂੰ ਜਿਹੜੇ ਪੇਸ਼ ਹੋਏ ਸੀ, ਸੋ ਮੈਨੂੰ ਲੱਗਦਾ ਕਿ ਉਹ ਜਿਹੜੇ 25 ਜਨਵਰੀ ਨੂੰ ਉਹ ਵਾਲੇ ਨਹੀਂ ਸੀ। ਉਹ ਕੋਈ ਨਵੇਂ ਵਕੀਲ ਸੀਗੇ, ਜਿਹੜੇ ਸਰਕਾਰੀ ਵਕੀਲ ਸੀ ਏਜੀ ਆਫਿਸ ਤੋਂ, ਉਹ ਨਵੇਂ ਬਦਲ ਕੇ ਆਏ ਸੀਗੇ। ਸੋ ਜਿਹਦੇ ਕਰਕੇ ਉਹਨਾਂ ਨੂੰ ਕੇਸ ਦੀ ਜ਼ਿਆਦਾ ਜਾਣਕਾਰੀ ਨਾ ਹੋਣ ਕਰਕੇ ਤਰੀਕ ਜਿਹੜੀ ਆ 4 ਮਹੀਨੇ ਲਗਭਗ 4 ਮਹੀਨੇ ਅੱਗੇ ਪਾ ਦਿੱਤੀ ਗਈ। ਸੋ ਅੱਜ ਅਸੀਂ ਮੀਤ ਹੇਰ ਜੀ ਨੂੰ ਇਹ ਬੇਨਤੀ ਕੀਤੀ ਕਿ ਸਾਡੀਆਂ ਕੋਰਟ ਦੇ ਵਿੱਚ ਚੱਲ ਰਹੀਆਂ ਭਰਤੀਆਂ 2364 ਭਰਤੀ, ਨਾਰ 94 ਭਰਤੀ, ਇਹਨਾਂ ਦੋਨਾਂ ਭਰਤੀਆਂ ਦੇ ਸੰਬੰਧ ਵਿੱਚ ਇੱਕੋ ਇੱਕ ਜਿਹੜਾ ਏਜੀ ਹੈ ਜਿਹੜਾ ਉਹ ਨਿਯੁਕਤ ਕੀਤਾ ਜਾਵੇ, ਤਾਂ ਜੋ ਵਾਰ-ਵਾਰ ਏਜੀ ਸਾਹਿਬ ਦੇ ਬਦਲਣ ਦੇ ਨਾਲ ਜਿਹੜੀਆਂ ਤਰੀਕਾਂ ਜਿਹੜੀਆਂ ਉਹ ਅਗਾਂਹ ਨਾ ਪੈਣ, ਤਾਂ ਜੋ ਸਾਨੂੰ ਬੇਰੁਜ਼ਗਾਰੀ ਦਾ ਸੰਤਾਪ ਹੈ ਜਿਹੜਾ ਉਹ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਸਾਡੀ ਆਪਣੀ ਚੁਣੀ ਹੋਈ ਸਰਕਾਰ ਦੇ ਦੌਰਾਨ ਵੀ ਜਿਹੜਾ ਉਹ ਨਾ ਹੰਢਾਉਣਾ ਪਵੇ। ਸੋ ਮੰਤਰੀ ਸਾਹਿਬ ਨੇ ਪੂਰਾ ਭਰੋਸਾ ਦਿਵਾਇਆ ਕਿ ਅਸੀਂ ਤੁਹਾਨੂੰ ਇੱਕ ਮੁਸ਼ਤ ਜਿਹੜਾ ਉੱਕਾ ਪੱਕਾ ਜਿਹੜਾ ਏਜੀ ਜਿਹੜਾ ਦੋਨਾਂ ਭਰਤੀਆਂ ਲਈ ਨਿਯੁਕਤ ਕਰਕੇ ਦਿਆਂਗੇ। ਸਰਵਿਸ ਮੈਟਰ ਦਾ ਏਜੀ ਹੋਊਗਾ। ਸੋ ਬਾਕੀ 2364 ਭਰਤੀ ਸੰਬੰਧ ਵਿੱਚ ਉਹਨਾਂ ਨੂੰ ਇਹ ਜਾਣੂ ਕਰਵਾਇਆ ਗਿਆ ਕਿ 18 ਮਈ ਨੂੰ ਜਿਹੜੀ ਇੱਕ ਤਰੀਕ ਪਈ ਹੋਈ ਆ, ਜਿਹੜੀ ਮੈਨੂੰ ਲੱਗਦਾ ਕਿ ਇਹ ਫਾਈਨਲ ਹੀਅਰਿੰਗ ਹੋਊਗੀ। ਔਰ ਮੈਨੂੰ 99% ਪੂਰਾ ਵਿਸ਼ਵਾਸ ਹੈਗਾ ਕਿ ਸਾਥੀਓ 18 ਮਈ ਨੂੰ 2364 ਭਰਤੀ ਜਿਹੜੀ ਆ ਇਹ ਬਹਾਲ ਹੋਣ ਵਾਲੀ ਆ। ਸੋ ਸਾਥੀਓ ਘਬਰਾਉਣ ਦੀ ਲੋੜ ਨਹੀਂ ਹੈਗੀ। ਬਹੁਤ ਸਾਰੇ ਸਾਥੀ ਕੁਐਸਚਨ ਪੁੱਟ ਅਪ ਕਰ ਰਹੇ ਕਿ ਨਾਰ 94 ਦਾ ਰਿਜ਼ਲਟ ਕਦੋਂ ਆਊਗਾ। ਸਾਥੀਓ ਅਜੇ ਨਾਰ 94 ਦੀ ਗੱਲ ਅਸੀਂ ਸ਼ੁਰੂ ਨਹੀਂ ਕੀਤੀ, ਅਜੇ 2364 ਦੀ ਗੱਲ ਚੱਲ ਰਹੀ। ਜਦੋਂ ਨਾਰ 94 ਦੀ ਵਾਰੀ ਆਊਗੀ ਨਾਰ 94 ਤੇ ਵੀ ਖੁੱਲ੍ਹ ਕੇ ਗੱਲ ਕਰਾਂਗੇ। ਸੋ ਗੱਲ ਕਰ ਰਹੀ ਸੀ 2364 ਭਰਤੀ ਦੀ। ਸੋ 2364 ਭਰਤੀ ਜਿਹੜੀ ਆ ਇਹਦੇ ਬਾਰੇ ਗੱਲਬਾਤ ਕੀਤੀ ਗਈ ਕਿ 18 ਮਈ ਨੂੰ ਇਹਦੀ ਲਗਭਗ ਫਾਈਨਲ ਹੀਅਰਿੰਗ ਹੋਣ ਵਾਲੀ ਆ। ਸੋ ਸਰਵਿਸ ਮੈਟਰ ਦਾ ਜਿਹੜਾ ਸੀਨੀਅਰ ਏਜੀ ਕੋਈ ਭੇਜ ਕੇ ਤਾਂ ਇਸ ਭਰਤੀ ਨੂੰ ਬਹਾਲ ਕਰਾਇਆ ਜਾਵੇ। ਤਾਂ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਕਿ ਇਹ ਭਰਤੀ ਨੂੰ ਬਹਾਲ ਕਰਾਉਣ ਲਈ ਸਾਡੇ ਕੋਲ ਜੋ ਸੰਭਵ ਹੋ ਸਕਦਾ ਅਸੀਂ ਉਹ ਜ਼ਰੂਰ ਕਰਾਂਗੇ। ਤਾਂ ਉਸ ਤੋਂ ਬਾਅਦ ਨਾਰ 94 ਭਰਤੀ ਦੀ ਗੱਲਬਾਤ ਚੱਲੀ ਤਾਂ ਉਹਨਾਂ ਨੇ ਕਿਹਾ ਜੀ ਦੇਖੋ ਤੁਹਾਡੇ ਬੰਦੇ ਹੀ ਜਾ ਕੇ ਕੋਰਟ ਦੇ ਵਿੱਚ ਕੇਸ ਲਾ ਦਿੰਦੇ ਆ ਤਾਂ ਭਰਤੀ ਦੇ ਸਟੇ ਹੋ ਜਾਂਦਾ। ਤਾਂ ਮੇਰੇ ਵੱਲੋਂ ਮੰਤਰੀ ਸਾਹਿਬ ਨੂੰ ਇੱਕ
ਬੇਨਤੀ ਕੀਤੀ ਗਈ ਕਿ ਦੇਖੋ ਜੀ, ਪਹਿਲਾਂ ਤੇ ਇਹ ਕਿਹਾ ਜਾਂਦਾ ਸੀ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਭਰਤੀਆਂ ਕੋਰਟ 'ਚ ਚਲੀਆਂ ਜਾਂਦੀਆਂ। ਤਾਂ ਮੈਂ ਮੰਤਰੀ ਸਾਹਿਬ ਨੂੰ ਇਹ ਸਵਾਲ ਕੀਤਾ ਕਿ ਦੇਖੋ ਜੀ, ਇਹ ਤਾਂ ਤੁਸੀਂ ਭਰਤੀ ਆਪ ਕੱਢੀ ਆ, ਰੂਲ ਇਹਦੇ ਤੁਸੀਂ ਅਮੈਂਡ ਕੀਤੇ ਆ, ਜੇ ਇਹ ਵੀ ਕੋਰਟ 'ਚ ਜਾਂਦੀ ਆ ਤੇ ਇਹਦੇ ਜ਼ਿੰਮੇਵਾਰ ਕੀ ਪੰਜਾਬ ਸਰਕਾਰ ਨਹੀਂ ਆ? ਤਾਂ ਸਾਥੀਓ, ਉਹਨਾਂ ਕੋਲ ਜਿਹੜਾ ਕੋਈ ਯੋਗ ਢੁਕਵਾਂ ਜਿਹੜਾ ਜਵਾਬ ਨਹੀਂ ਸੀਗਾ, ਕਿਉਂਕਿ ਦੂਜਿਆਂ ਤੇ ਇਲਜ਼ਾਮਬਾਜ਼ੀ ਕਰਨਾ ਬਹੁਤ ਆਸਾਨ ਹੁੰਦਾ, ਜਦੋਂ ਆਪਣੇ ਤੇ ਪੈਂਦੀ ਪਤਾ ਫੇਰ ਚੱਲਦਾ। ਸੋ ਇਸ ਕਰਕੇ ਮੰਤਰੀ ਸਾਹਿਬ ਨੂੰ ਇਹ ਬੇਨਤੀ ਕੀਤੀ ਗਈ ਕਿ ਲਾਰਿਆਂ ਦੀ ਨੀਤੀ ਨੂੰ ਛੱਡ ਕੇ ਮਸਲਿਆਂ ਦੇ ਹੱਲ ਵਾਲੀ ਨੀਤੀ ਅਪਣਾਈ ਜਾਵੇ ਔਰ ਉੱਕਾ ਪੱਕਾ ਏਜੀ ਪੇਸ਼ ਕਰਕੇ ਸੋ ਜਿਨ੍ਹਾਂ ਮਸਲਿਆਂ ਤੇ ਸਟੇ ਲੱਗਾ ਉਹਨਾਂ ਮਸਲਿਆਂ ਦੇ ਸੰਬੰਧ ਵਿੱਚ ਜੋ ਕੋਰਟ ਵਿੱਚ ਜਵਾਬ ਪੇਸ਼ ਕਰਨਾ, ਸੋ ਉਹ ਜਵਾਬ ਪੇਸ਼ ਕਰਕੇ ਕੋਰਟ ਦੇ ਵਿੱਚੋਂ ਸਟੇ ਤੁੜਵਾਇਆ ਜਾਵੇ ਤਾਂ ਜੋ 994 ਭਰਤੀ ਜਿਹੜੀ ਆ ਇਹ ਜਲਦ ਪੂਰੀ ਹੋ ਸਕੇ। ਸੋ ਰਿਜ਼ਲਟ ਦੇ ਸੰਬੰਧ ਦੇ ਵਿੱਚ ਮੰਤਰੀ ਸਾਹਿਬ ਨਾਲ ਗੱਲਬਾਤ ਕੀਤੀ ਕਿ ਲਗਭਗ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੱਲਿਆ, ਸੋ ਇਹਦਾ ਅਜੇ ਤੱਕ ਰਿਜ਼ਲਟ ਆਊਟ ਨਹੀਂ ਕੀਤਾ ਗਿਆ। ਤਾਂ ਮੰਤਰੀ ਸਾਹਿਬ ਨੇ ਕਿਹਾ ਕਿ ਇਹਦਾ ਰਿਜ਼ਲਟ ਆਪਾਂ ਜਲਦੀ ਅਨਾਉਂਸ ਕਰਾਉਣ ਦੀ ਜਿਹੜੀ ਆ ਉਹ ਗੱਲਬਾਤ ਕਰਾਂਗੇ। ਸੋ ਮੰਤਰੀ ਸਾਹਿਬ ਤੱਕ ਇਹ ਗੱਲ ਜਿਹੜੀ ਆ ਪਹੁੰਚਾ ਦਿੱਤੀ ਗਈ ਆ ਕਿ ਰਿਜ਼ਲਟ ਨੂੰ ਲੈ ਕੇ। ਫਿਰ ਉਹਨਾਂ ਕਿਹਾ ਜੀ ਇਹ ਰਿਜ਼ਲਟ ਦੇ ਸਟੇ ਆ, ਸੋ ਇਸ ਕਰਕੇ ਰਿਜ਼ਲਟ ਨਹੀਂ ਆ ਸਕਦਾ। ਫਿਰ ਅਸੀਂ ਉਹਨਾਂ ਨੂੰ ਜਾਣੂ ਕਰਵਾਇਆ ਕਿ ਰਿਜ਼ਲਟ ਦੇ ਸਟੇ ਨਹੀਂ ਹੈਗਾ ਜੀ, ਰਿਜ਼ਲਟ ਜਿਹੜਾ ਫਾਈਨਲ ਮੈਰਿਟ ਰਿਜ਼ਲਟ ਆ ਉਹਦੇ ਤੇ ਸਟੇ ਹੈਗੀ ਆ। ਪੇਪਰ ਜਿਹੜੇ 2 ਹੋਏ ਨੇ ਪੰਜਾਬੀ ਦਾ ਔਰ ਮੇਨ ਪੇਪਰ, ਇਹਨਾਂ ਪੇਪਰਾਂ ਦੇ ਰਿਜ਼ਲਟ ਦੇ ਸਟੇ ਨਹੀਂ ਹੈਗਾ। ਸੋ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਇਹ ਕਹਿ ਸਕਦਾ ਜਾਂ ਤਾਂ ਪਤਾ ਨਹੀਂ ਹੁੰਦੀਆਂ ਜਾਂ ਜਾਣ ਬੁੱਝ ਕੇ ਅਣਜਾਣਪੁਣੇ ਦਾ ਜਿਹੜਾ ਉਹ ਵਿਖਾਵਾ ਕੀਤਾ ਜਾਂਦਾ, ਚਾਹੇ ਪਿਛਲੀਆਂ ਸਰਕਾਰਾਂ ਹੋਣ ਚਾਹੇ ਮੌਜੂਦਾ ਸਰਕਾਰ ਦੀ ਗੱਲ ਕਰ ਲਈਏ। ਸੋ ਮੈਨੂੰ ਲੱਗਦਾ ਕਿ ਜਾਣ ਬੁੱਝ ਕੇ ਸ਼ਾਇਦ ਇਵੇਂ ਕੀਤਾ ਜਾ ਰਿਹਾ। ਸੋ ਜੇ ਇਹ ਸਹੀ ਆ ਤਾਂ ਫਿਰ ਤਾਂ ਚਲੋ ਕੋਈ ਗੱਲ ਨਹੀਂ, ਤਾਂ ਜੇ ਜਾਣ ਬੁੱਝ ਕੇ ਕੀਤਾ ਜਾ ਰਿਹਾ ਤਾਂ ਮੈਂ ਕਹਿੰਦਾ ਕਿ ਇਸ ਤੋਂ ਮਾੜੀ ਗੱਲ ਇਸ ਸਰਕਾਰ ਲਈ ਹੋਰ ਕੋਈ ਹੋ ਨਹੀਂ ਸਕਦੀ। ਸੋ ਸਾਥੀਓ, ਰਿਜ਼ਲਟ ਦੇ ਸੰਬੰਧ ਵਿੱਚ ਵੀ ਖੁੱਲ੍ਹ ਕੇ ਗੱਲਬਾਤ ਕੀਤੀ ਗਈ ਕਿ ਰਿਜ਼ਲਟ ਕੱਲਾ ਰਿਜ਼ਲਟ ਦੀ ਗੱਲ ਨਹੀਂ, ਕੱਲਾ ਰਿਜ਼ਲਟ ਮਾਇਨੇ ਨਹੀਂ ਰੱਖਦਾ, ਰਿਜ਼ਲਟ ਦੇ ਨਾਲ ਨਾਲ ਸਕਰੂਟਨੀ ਪ੍ਰੋਸੈਸ ਵੀ ਹੋਣਾ ਲਾਜ਼ਮੀ ਹੈ। ਔਰ ਸਭ ਤੋਂ ਵੱਡੀ ਗੱਲ ਕਿ 994 ਭਰਤੀ, ਜਿਸ ਮਸਲੇ ਤੇ ਗੱਲਬਾਤ ਕੀਤੀ ਗਈ ਕਿ 994 ਭਰਤੀ ਸਿੰਗਲ ਲਿਸਟ ਦੇ ਵਿੱਚ ਪੂਰੀ ਹੋਣੀ ਚਾਹੀਦੀ ਹੈ, ਜਿਹਦੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਗਈ ਕਿ 994 ਭਰਤੀ ਸਿੰਗਲ ਲਿਸਟ ਵਿੱਚ ਕੰਪਲੀਟ ਕੀਤੀ ਜਾਵੇ। ਇਹਨੂੰ 66-35 ਭਰਤੀ ਦੀ ਤਰ੍ਹਾਂ ਲਿਸਟਾਂ ਦਾ ਖਲਾਰਾ ਨਾ ਪਾਇਆ ਜਾਵੇ। ਮੈਂ ਕਹਿੰਦਾ 66-35 ਭਰਤੀ ਵਿੱਚ ਪਤਾ ਨਹੀਂ ਕਿੰਨੀਆਂ ਕੁ ਲਿਸਟਾਂ ਆ ਗਈਆਂ ਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਆਉਣਗੀਆਂ। ਸੋ ਇਹ ਮੰਤਰੀ ਸਾਹਿਬ ਅੱਗੇ ਬੇਨਤੀ ਕੀਤੀ ਗਈ ਕਿ 48 ਕਾਰਡ ਭਰਤੀ ਜਿਵੇਂ ਸਿੰਗਲ ਲਿਸਟ ਵਿੱਚ ਪੋਸਟਾਂ ਡੀਜ਼ਰਵ ਕਰਕੇ ਇਹ ਭਰਤੀ ਪੂਰੀ ਕਰਨ ਜਾ ਰਹੀ ਆ। ਸੋ ਇਹ ਸਰਕਾਰ ਨੂੰ ਬੇਨਤੀ ਕੀਤੀ ਗਈ, ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ 4800 ਕਾਰਡ ਭਰਤੀ ਦੀ ਤਰਜ਼ ਤੇ ਸਿੰਗਲ ਲਿਸਟ ਦੇ ਵਿੱਚ ਬੈਕਲੌਗ ਡੀਜ਼ਰਵ ਕਰਕੇ ਸਿੰਗਲ ਲਿਸਟ ਦੇ ਵਿੱਚ ਜਿਹੜਾ ਭਰਤੀ ਪੂਰੀ ਕੀਤੀ ਜਾਵੇ। ਔਰ ਜਿੰਨੇ ਵੀ ਆਪਣੇ ਈਟੀਟੀ ਕੱਢ ਰਹੇ ਨੇ 994 ਜਿਨ੍ਹਾਂ ਨੇ ਐਪਲੀਕੈਂਟ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਇਕੱਠਾ ਜਿਹੜਾ ਰੁਜ਼ਗਾਰ ਦਿੱਤਾ ਜਾਵੇ। ਇਹ ਨਾ ਹੋਵੇ ਕਿ 3000 ਅੱਡ ਤੇ ਬੈਕਲੌਗ ਅੱਡ, ਕਿਉਂਕਿ ਇਦਾਂ ਦਾ ਕੋਈ ਰੂਲ ਨਹੀਂ ਹੈਗਾ ਕਿ ਬੈਕਲੌਗ ਬਾਅਦ 'ਚ ਭਰਨਾ ਜਾਂ ਬਾਕੀ ਕੁਛ ਹੈ, ਇਦਾਂ ਦਾ ਕੁਛ ਨਹੀਂ ਹੈਗਾ। ਸੋ ਇਸ ਕਰਕੇ ਤੁਸੀਂ ਸਾਥੀਓ ਗਰੁੱਪਾਂ ਦੇ ਵਿੱਚ ਚੱਲ ਰਹੇ ਜਿਹੜੇ ਫੇਕ ਮੈਸੇਜ ਹੁੰਦੇ ਨੇ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੁੰਦਾ, ਬੇਸਲੈਸ ਜਿਹੜੇ ਮੈਸੇਜ ਨੇ ਉਹਨਾਂ ਵੱਲ ਧਿਆਨ ਦੇਣਾ ਬੰਦ ਕਰੋ। ਇੱਕੋ ਗੱਲ ਵੱਲ ਧਿਆਨ ਦਿਆ ਕਰੋ ਜੋ ਤੁਹਾਨੂੰ ਇਸ ਚੈਨਲ ਦੇ ਮਾਧਿਅਮ ਰਾਹੀਂ ਦੱਸਿਆ ਜਾਂਦਾ। ਸੋ ਉਹਨਾਂ ਗੱਲਾਂ ਵੱਲ ਧਿਆਨ ਦਿਆ ਕਰੋ, ਕਿਉਂਕਿ ਇਸ ਚੈਨਲ ਦੇ ਮਾਧਿਅਮ ਰਾਹੀਂ ਉਹੀ ਗੱਲ ਜਿਹੜੀ ਹੈ ਤੁਹਾਨੂੰ ਦੱਸੀ ਜਾਂਦੀ ਹੈ ਜਿਹਦਾ ਕੋਈ ਬੇਸ ਹੁੰਦਾ। ਤਾਂ ਬੇਸਲੈਸ ਗੱਲਾਂ ਜਿਹੜੀਆਂ ਗਰੁੱਪ ਵਿੱਚ ਕੀਤੀਆਂ ਜਾਂਦੀਆਂ ਉਹਨਾਂ ਦੇ ਵੱਲ ਤੁਸੀਂ ਧਿਆਨ ਬਿਲਕੁਲ ਨਾ ਦਿਆ ਕਰੋ, ਕਿਉਂਕਿ ਪਹਿਲਾਂ ਇਹ ਕਿਹਾ ਗਿਆ ਸੀ ਕਿ ਰਿਜ਼ਲਟ ਦੇ ਸਟੇ ਰਿਜ਼ਲਟ ਨਹੀਂ ਆਉਣਾ। ਬਹੁਤ ਸਾਰੇ ਸਾਥੀਆਂ ਵੱਲੋਂ ਗਰੁੱਪਾਂ ਵਿੱਚ ਮੈਸੇਜ ਪਾਏ ਗਏ ਸੀ ਕਿ ਸਟੇ ਹੈਗਾ, ਰਿਜ਼ਲਟ ਆਉਣਾ ਨਹੀਂ। ਤਾਂ ਹੁਣ ਉਹੀ ਸਾਥੀਆਂ ਦੇ ਜਿਹੜੇ ਬਿਆਨ ਉਹ ਚੇਂਜ ਹੋ ਗਏ, ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਸੀ, ਡਿਪਾਰਟਮੈਂਟ ਨੂੰ ਪਤਾ ਨਹੀਂ ਸੀ। ਸੋ ਮੈਂ ਉਹੀ ਗੱਲ ਕਰਦਾ ਕਿ ਬੇਸਲੈਸ ਗੱਲਾਂ ਨਾ ਕੀਤੀਆਂ ਜਾਣ। ਸੋ ਬੇਸਲੈਸ ਗੱਲਾਂ ਬੇਸ਼ੱਕ ਕਰ ਸਕਦੇ ਹੋ, ਪਰ ਉਹਨਾਂ 'ਤੇ ਵਿਸ਼ਵਾਸ ਨਾ ਕੀਤਾ ਜਾਵੇ ਜਿੰਨਾ ਚਿਰ ਤੁਹਾਨੂੰ ਉਹਦਾ ਕੋਈ ਪੁਖਤਾ ਸਬੂਤ ਨਹੀਂ ਮਿਲਦਾ। ਸੋ ਸਾਥੀਓ, ਆ ਜਿਹੜੇ ਬੇਸਲੈਸ ਜਿਹੜੇ ਮੈਸੇਜ ਚੱਲਦੇ ਨੇ ਗਰੁੱਪਾਂ ਵਿੱਚ, ਇਹਨਾਂ ਤੋਂ ਸੁਚੇਤ ਰਿਹਾ ਕਰੋ। ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਅੜਚਨ ਆਉਂਦੀ ਹੈ, ਕੋਈ ਪਰੇਸ਼ਾਨੀ ਆਉਂਦੀ ਹੈ, ਕੋਈ ਗੱਲ ਸਮਝ ਨਹੀਂ ਆਉਂਦੀ, ਕੋਈ ਮੈਸੇਜ ਜਿਵੇਂ ਦਾ ਵਾਇਰਲ ਹੋ ਜਾਂਦਾ ਅੱਜ ਦੀ ਤੁਹਾਨੂੰ ਸਮਝ ਨਹੀਂ ਆਉਂਦੀ, ਤਾਂ ਸਾਥੀਓ ਮੇਰਾ ਨੰਬਰ ਨੋਟ ਕਰ ਲਓ 9463 79864। ਫਿਰ ਦੁਬਾਰਾ ਰਿਪੀਟ ਕਰ ਦੇਣਾ 9463 79864। ਜਿਹੜੇ ਕਨਵੈਂਟ ਐਜੂਕੇਟਡ ਨੇ ਉਹਨਾਂ ਵਾਸਤੇ 94643 79864। ਸੋ ਸਾਥੀਓ ਇਹ ਮੇਰਾ ਮੋਬਾਈਲ ਨੰਬਰ ਹੈ 94643
79864। ਸਾਥੀਓ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਜਿਹੜੇ ਸਾਥੀ ਜਥੇਬੰਦੀਆਂ ਸਾਥ ਦੇਣਾ ਚਾਹੁੰਦੇ ਨੇ, ਜਿਹੜੇ ਸਾਥੀ ਸਾਡੇ ਨਾਲ ਜੁੜਨਾ ਚਾਹੁੰਦੇ ਨੇ, ਉਹ ਇਸ ਨੰਬਰ ਤੇ ਮੈਨੂੰ ਆਪ ਦਾ ਜ਼ਿਲ੍ਹਾ, ਆਪ ਦਾ ਨਾਮ, ਆਪਣਾ ETT ਟੈਟ ਦਾ ਸਰਟੀਫਿਕੇਟ ਸਾਥੀਓ ਮੈਨੂੰ ਭੇਜ ਕੇ ਤੁਸੀਂ ਵੈਰੀਫਾਈ ਕਰਾ ਕੇ, ਕਿਉਂਕਿ ਕੋਈ ਹੋਰ ਬੰਦਾ ਜਿਹੜਾ ਨੌਨ ETT ਜਿਹੜਾ ਕੈਂਡੀਡੇਟ ਆ ਉਹ ਸਾਡੇ ਗਰੁੱਪ ਵਿੱਚ ਐਡ ਨਾ ਹੋ ਜੇ। ਇਸ ਕਰਕੇ ਤੁਸੀਂ ਆਪ ਦਾ ਜ਼ਿਲ੍ਹਾ, ਆਪ ਦਾ ਨਾਮ, ਆਪਣਾ ਟੈਟ ਦਾ ਸਰਟੀਫਿਕੇਟ, ਆਪਣਾ ETT ਦਾ ਸਰਟੀਫਿਕੇਟ ਉਹ ਮੈਨੂੰ ਭੇਜ ਕੇ ਤੁਸੀਂ ਸਾਥੀਓ ਸਾਡੇ ਨਾਲ ਜੁੜ ਸਕਦੇ ਹੋ। ਸੋ ਇੱਕ ਗੱਲ ਹੋਰ ਦੱਸ ਦਈਏ, 2364 ਭਰਤੀ ਦੇ ਵਿੱਚ ਬਹੁਤ ਸਾਰੇ ਸਾਥੀ ਕਹਿੰਦੇ ਕਿ 5 ਨੰਬਰ ਕੱਟੇਗੇ ਕਿ ਨਹੀਂ ਕੱਟੇਗੇ, 10 ਕੱਟੇਗੇ ਕਿ ਨਹੀਂ ਕੱਟੇਗੇ। ਸਾਥੀਓ ਜਦੋਂ ਟਾਵਰ ਪ੍ਰੋਜੈਕਟ ਚੱਲ ਰਿਹਾ ਸੀ, ਟਾਵਰ ਐਕਸ਼ਨ ਚੱਲ ਰਿਹਾ ਸੀ, ਉਸ ਵੇਲੇ ਮੇਰੀ ਮੰਗ ਇੱਕੋ ਇੱਕ ਸੀ ਕਿ 2364 ਭਰਤੀ ਜਿਹੜੀ ਆ ਨਿਰੋਲ ਜਿਹੜੀ ਆ ਮੈਰਿਟ ਦੇ ਆਧਾਰ ਤੇ ਹੋਣੀ ਚਾਹੀਦੀ ਆ। ਕੋਈ ਵਾਧੂ 5 ਨੰਬਰ ਨਾ ਦਿੱਤੇ ਜਾਣ, 10 ਨੰਬਰ ਨਾ ਦਿੱਤੇ ਜਾਣ, ਇਹ ਮੇਰੀ ਮੰਗ ਸੀਗੀ। ਚਾਹੇ ਤੁਸੀਂ ਪਿਛਲੀਆਂ ਬਾਈਟਾਂ ਖੋਲ੍ਹ ਕੇ ਦੇਖ ਲਵੋ, ਉਹਦੇ ਵਿੱਚ ਵੀ ਤੁਹਾਨੂੰ ਵੇਖਣ ਨੂੰ ਮਿਲ ਸਕਦਾ। ਸੋ ਮੇਰੀ ਇੱਕੋ ਇੱਕ ਮੰਗ ਸੀਗੀ, ਪਰ ਉਹ ਮੰਗ ਜਿਹੜੀ ਹੈ ਸਾਡੀ ਸਰਕਾਰ ਨੇ ਤਾਂ ਨਹੀਂ ਮੰਨੀ, ਪਰ ਮਾਣਯੋਗ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਨੇ ਉਹ ਸਾਡੇ ਹੱਕ 'ਚ ਫੈਸਲਾ ਦੇ ਕੇ ਤਾਂ ਸਾਥੀਓ ਬਹੁਤ ਸਾਰੇ ਸਾਥੀਆਂ ਨੂੰ ਇੱਕ ਵਹਿਮ ਸੀਗਾ ਕਿ 2364 ਭਰਤੀ ਦੇ ਵਿੱਚ 5 ਨੰਬਰ ਲੱਗਣੇ ਕਿ ਨਹੀਂ ਲੱਗਣੇ, 10 ਨੰਬਰ ਲੱਗਣੇ ਕਿ ਨਹੀਂ ਲੱਗਣੇ। ਸਾਥੀਓ ਨਾ ਦੇ 5 ਨੰਬਰ ਲੱਗਣੇ 2364 'ਚ, ਨਾ 10 ਨੰਬਰ ਲੱਗਣੇ ਆ। ਔਰ ਮੈਨੂੰ ਜਿੱਥੇ ਤੱਕ ਪਤਾ ਕਿ ਨੌਨ ਟੈਟ ਆ ਜਿਹੜੇ ਉਹ ਵੀ ਇਸ ਭਰਤੀ 'ਚੋਂ ਲਗਭਗ ਬਾਹਰ ਹੈਗੇ ਨੇ। ਸੋ ਜਿਹੜੇ ਸਾਥੀ ਜਿਨ੍ਹਾਂ ਨੂੰ ਉਹ ਜਿਹੜੇ ਕੱਚੇ ਅਧਿਆਪਕ ਸੀ, ਜਿਨ੍ਹਾਂ ਨੂੰ ਓਵਰੇਜ ਦਾ ਮੌਕਾ ਮਿਲਿਆ ਸੀ, ਤਾਂ ਮੈਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਆ ਉਹ ਕੰਡੀਸ਼ਨ ਆ ਉਹ ਉਵੇਂ ਦੀ ਉਵੇਂ ਲਾਗੂ ਹੋਊਗੀ। ਬਾਕੀ ਭਰਤੀ ਜਿਹੜੀ ਮੈਰਿਟ ਦੇ ਆਧਾਰ 'ਤੇ ਹੋਊਗੀ। ਸੋ 10 ਨੰਬਰ 5 ਨੰਬਰ ਜਿਹੜੀ ਕੋਰਟ ਵੱਲੋਂ ਉਹ ਕੱਟੇ ਜਾ ਚੁੱਕੇ ਨੇ। ਸੋ ਕਿਸੇ ਨੂੰ ਵੀ ਜ਼ਿਆਦਾ ਜਿਹੜੀ ਆ ਉਹ ਉਲਝਣ ਦੇ ਵਿੱਚ ਆਉਣ ਦੀ ਕੋਈ ਲੋੜ ਨਹੀਂ। 10 ਨੰਬਰ ਨਹੀਂ ਲੱਗਣੇ, 5 ਨੰਬਰ 2364 ਦੇ ਵਿੱਚ ਨਹੀਂ ਲੱਗਣੇ। ਸੋ ਸਾਥੀਓ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਨੂੰ ਲੱਗਦਾ ਕਿ ਬਹੁਤ ਕੁਝ ਆਪਾਂ ਕਹਿ ਚੁੱਕੇ ਹਾਂ। ਸੋ ਜਿੰਨੇ ਵੀ ਸਾਡੇ ਵਿਚਾਰ ਸੀਗੇ ਤੁਹਾਡੇ ਸਾਹਮਣੇ ਰੱਖ ਚੁੱਕੇ ਹਾਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਾਥੀਓ ਜੇਕਰ ਜਿਵੇਂ ਵੀ ਦਾ ਵੀ ਸਾਨੂੰ ਸਾਡੀ ਜਿਹੜੀ ਸਟੇਟ ਟੀਮ ਆ ਜਿਹੜੀ, ਸੋ ਜਿਵੇਂ ਵੀ ਸਾਥੀਓ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ ਭਰਤੀਆਂ ਜਿਹੜੀਆਂ 2364 994 ਜਾਂ ਹੋਰ ਜਿਹੜਾ ਕੁਝ ਹੈਗਾ, ਸੋ ਇਹਨਾਂ ਨੂੰ ਜੇ ਮੁਕੰਮਲ ਕਰਾਉਣ ਦੇ ਲਈ ਸਾਥੀਓ ਸਾਨੂੰ ਕੋਈ ਵੀ ਪ੍ਰੋਗਰਾਮ ਉਲੀਕਣਾ ਪੈਂਦਾ, ਕੋਈ ਨੈਕਸਟ ਜਿਹੜੀ ਪਲਾਨਿੰਗ ਕਰਨੀ ਪੈਂਦੀ ਹੈ ਉਹ ਤੁਹਾਡੇ ਸਾਹਮਣੇ ਇਸੇ ਚੈਨਲ ਦੇ ਮਾਧਿਅਮ ਰਾਹੀਂ ਰੱਖ ਦਿੱਤੀ ਜਾਊਗੀ। ਸੋ ਸਾਥੀਓ ਜੇ ਕੋਈ ਵਾਧਾ ਘਾਟਾ ਬੋਲਿਆ ਗਿਆ ਹੋਵੇ ਤਾਂ ਸਾਥੀਓ ਮਾਫੀ ਦੇ ਜਾਚੇਗਾ। ਸੋ ਸਾਥੀਓ ਇਹਨਾਂ ਸ਼ਬਦਾਂ ਨਾਲ ਹੀ ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ।